ਨਾਵਲ ਮਾਨਵ ਜੀਵਨ ਨੂੰ ਭਰਪੂਰ ਰੂਪ ਵਿੱਚ ਚਿਤਰਨ ਵਾਲੇ ਪੁਰਾਤਨ ਸਾਹਿਤ ਰੂਪਾਂ ਨਾਟਕ ਅਤੇ ਮਹਾਂਕਾਵਿ ਨਾਲੋਂ ਨਾਵਲ ਨਵਾਂ ਸਾਹਿਤ ਰੂਪ ਹੈ। ਇਹ ਆਧੁਨਿਕ ਯੁੱਗ ਦੀ ਉਪਜ ਹੈ। ਇਸ ਵਿੱਚ ਨਾਵਲਕਾਰ ਆਪਣੀ ਮਨਮਰਜ਼ੀ ਅਨੁਸਾਰ ਕਥਾ ਵਸਤੂ ਨੂੰ ਰੂਪ ਅਤੇ ਆਕਾਰ ਦਿੰਦਾ ਹੈ। ਇਸ ਦੇ ਮੁਕਾਬਲੇ ਨਾਟਕ ਵਿੱਚ ਰੰਗਮੰਚ ਦੀਆਂ ਲੋੜਾਂ ਪੂਰੀਆਂ ਕਰਨ ਦਾ ਹੀ ਬੰਧਨ ਨਹੀਂ, ਸਗੋਂ ਆਪਣੇ ਆਪ ਨੂੰ ਉਸ ਅਨੁਸਾਰ ਢਾਲਣ ਦੀ ਵੀ ਲੋੜ ਹੈ। ਸਪਸ਼ਟ ਹੈ ਕਿ ਨਾਟਕ ਸੁਤੰਤਰ ਸਾਹਿਤ ਰੂਪ ਨਹੀਂ, ਇਹ ਅਸਲੋਂ ਕੁਝ ਕਲਾਵਾਂ ਦਾ ਮਿਸ਼ਰਿਤ ਰੂਪ ਹੈ। ਮਹਾਂਕਾਵਿ ਦੀਆਂ ਆਪਣੀਆਂ ਸੀਮਾਵਾਂ ਹਨ। ਉਸ ਵਿੱਚ ਕਾਵਿ ਦੇ ਅੰਗਾਂ, ਛੰਦ ਦੇ ਨਿਯਮਾਂ ਆਦਿ ਦੀ ਪਾਲਣਾ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ, ਪਰ ਨਾਵਲ ਕਿਸੇ ਬੰਧਨ ਦਾ ਮੁਹਤਾਜ ਨਹੀਂ। ਪੰਜਾਬੀ ਸਾਹਿਤ ਵਿੱਚ ਨਾਵਲ ਪੱਛਮੀ ਪ੍ਰਭਾਵ ਅਧੀਨ ਆਧੁਨਿਕ ਯੁੱਗ ਦੀ ਦੇਣ ਹੈ। ਨਾਵਲ ਸ਼ਬਦ ਨੂੰ ਅੰਗਰੇਜ਼ੀ ਤੋਂ ਸਿੱਧਾ ਹੀ ਪੰਜਾਬੀ ਵਿੱਚ ਅਪਣਾ ਲਿਆ ਗਿਆ ਹੈ। ਇਹ ਸ਼ਬਦ ਅੰਗਰੇਜ਼ੀ ਵਿੱਚ ਲਾਤੀਨੀ ਦੇ ਨੋਵੇਲਾ ਸ਼ਬਦ ਤੋਂ ਬਣਿਆ ਹੈ, ਜਿਸ ਦਾ ਮੂਲ ਅਰਥ ਹੈ ਸਮਾਚਾਰ, ਖਬਰ। ਇਸ ਦੇ ਅਰਥ ਸੰਬੰਧੀ ਸਹਿਜੇ ਵਿਸਤਾਰ ਹੁੰਦਾ ਗਿਆ ਅਤੇ ਹੁਣ ਨਾਵਲ ਇੱਕ ਨਵੇਂ ਢੰਗ ਦੀ ਵਰਣਨਾਤਮਕ ਕਥਾ ਲਈ ਵਰਤਿਆ ਜਾਂਦਾ ਹੈ, ਜੋ ਆਧੁਨਿਕ ਅਤੇ ਸੱਚੀ ਹੋਣ ਦਾ ਦਾਅਵਾ ਕਰਦੀ ਹੈ। ਕੁਝ ਵਿਦਵਾਨ ਨਾਵਲ ਦੀ ਥਾਂ 'ਤੇ ਉਪਨਿਆਸ ਸ਼ਬਦ ਦੀ ਵਰਤੋਂ ਵੀ ਕਰਦੇ ਹਨ। ਉਪਨਿਆਸ ਸ਼ਬਦ ਹਿੰਦੀ ਸਾਹਿਤ ਵਿੱਚ ਆਮ ਪ੍ਰਚਲਿਤ ਹੈ। ਉਪਨਿਆਸ ਦੋ ਸ਼ਬਦਾਂ ਦੇ ਯੋਗ ਨਾਲ ਬਣਿਆ ਹੈ, ਉਪ ਅਤੇ ਨਿਆਸ। ਉਪ ਦਾ ਅਰਥ ਹੈ ਸਾਹਮਣੇ ਜਾਂ ਕੋਲ ਅਤੇ ਨਿਆਸ ਦਾ ਅਰਥ ਹੈ ਰੱਖਣਾ ਜਾਂ ਸਥਾਪਿਤ ਕਰਨਾ। ਇਸ ਤਰ੍ਹਾਂ ਉਪਨਿਆਸ ਦਾ ਸ਼ਾਬਦਿਕ ਅਰਥ ਹੋਇਆ ਮਨੁੱਖ ਦੇ ਨੇੜੇ ਰੱਖੀ ਹੋਈ ਕੋਈ ਚੀਜ਼। ਇਸ ਦੀ ਵਿਆਖਿਆ ਕਰਦਿਆਂ ਕੁਝ ਵਿਦਵਾਨਾਂ ਦਾ ਮਤ ਹੈ ਕਿ ਉਪਨਿਆਸ ਤੋਂ ਭਾਵ ਹੈ ਉਹ ਵਸਤੂ ਜਾਂ ਰਚਨਾ ਜਿਸ ਨੂੰ ਪੜ੍ਹ ਕੇ ਇੰਜ ਮਹਿਸੂਸ ਹੋਏ ਕਿ ਉਹ ਸਾਡੀ ਆਪਣੀ ਹੈ, ਇਸ ਵਿੱਚ ਸਾਡੇ ਜੀਵਨ ਬਾਰੇ ਕੋਈ ਗੱਲ ਕਹੀ ਗਈ ਹੈ। ਕੁਝ ਵਿਦਵਾਨਾਂ ਨੇ ਇਸ ਦਾ ਅਰਥ ਇਹ ਕੀਤਾ ਹੈ ਕਿ ਉਪਨਿਆਸ ਉਹ ਰਚਨਾ ਹੈ ਜੋ ਜੀਵਨ ਦੀਆਂ ਗੁੰਝਲਾਂ ਅਤੇ ਮਨ ਦੀਆਂ ਗੰਢਾਂ ਨੂੰ ਸਪਸ਼ਟ ਕਰਕੇ ਪਾਠਕ ਦੇ ਸਾਹਮਣੇ ਰੱਖ ਦਿੰਦੀ ਹੈ। ਨਾਵਲ ਦੀ ਪ੍ਰਕਿਰਤੀ। ਅਨੇਕ ਵਿਦਵਾਨਾਂ ਨੇ ਨਾਵਲ ਦੀਆਂ ਕਈ ਪਰਿਭਾਸ਼ਾਵਾਂ ਦਿੱਤੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਕੁ ਪ੍ਰਮੁੱਖ ਦਾ ਉਲੇਖ ਇੱਥੇ ਕਰ ਦੇਣਾ ਜ਼ਰੂਰੀ ਹੈ। ਨਿਊ ਇੰਗਲਿਸ਼ ਡਿਕਸ਼ਨਰੀ ਵਿੱਚ ਲਿਖਿਆ ਹੈ ਕਿ ਨਾਵਲ ਵੱਡੇ ਆਕਾਰ ਵਾਲਾ ਗਦ ਵਿੱਚ ਲਿਖਿਆ ਹੋਇਆ ਉਹ ਅਖਿਆਨ ਜਾਂ ਬਿਰਤਾਂਤ ਹੈ, ਜਿਸ ਵਿੱਚ ਵਾਸਤਵਿਕ ਜੀਵਨ ਦੀ ਪ੍ਰਤੀਨਿਧਤਾ ਦਾ ਦਾਅਵਾ ਕਰਨ ਵਾਲੇ ਪਾਤਰਾਂ ਅਤੇ ਕਾਰਜਾਂ ਨੂੰ ਕਥਾਨਕ ਰਾਹੀਂ ਚਿਤਰਿਆ ਜਾਏ। ਰਿਚਰਡ ਬਰਟਨ ਦੇ ਮਤ ਅਨੁਸਾਰ ਨਾਵਲ ਗਦ ਵਿੱਚ ਰਚੇ ਲੇਖਕ ਦੇ ਸਮਕਾਲੀ ਜੀਵਨ ਦਾ ਅਧਿਐਨ ਹੈ, ਜਿਸ ਦੀ ਰਚਨਾ ਨਾਵਲਕਾਰ ਸਮਾਜ ਦੀ ਉੱਨਤੀ ਅਤੇ ਵਿਕਾਸ ਦੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਕਰਦਾ ਹੈ। ਰਾਲਫ ਫੋਕਸ ਦੀ ਸਥਾਪਨਾ ਹੈ ਕਿ ਨਾਵਲ ਕਲਪਨਾ ਪ੍ਰਧਾਨ ਗਦ ਹੀ ਨਹੀਂ ਹੁੰਦਾ, ਸਗੋਂ ਉਹ ਮਾਨਵ ਜੀਵਨ ਦਾ ਗਦ ਹੈ। ਉਹ ਪਹਿਲੀ ਕਲਾ ਹੈ ਜਿਸ ਵਿੱਚ ਸੰਪੂਰਨ ਮਾਨਵ ਨੂੰ ਸਮਾਉਣ ਅਤੇ ਉਸ ਨੂੰ ਪ੍ਰਗਟਾਉਣ ਦਾ ਯਤਨ ਕੀਤਾ ਜਾਂਦਾ ਹੈ। ਬੇਕਰ ਵਿਦਵਾਨ ਦਾ ਮਤ ਹੈ ਕਿ ਨਾਵਲ ਗਦਮਈ ਕਲਪਿਤ ਅਖਿਆਨ ਦੇ ਮਾਧਿਅਮ ਰਾਹੀਂ ਕੀਤੀ ਗਈ ਜੀਵਨ ਦੀ ਵਿਆਖਿਆ ਹੈ। ਬੈਨਸਟਰ ਵਿਦਵਾਨ ਦਾ ਵਿਚਾਰ ਹੈ ਕਿ ਨਾਵਲ ਇੱਕ ਅਜਿਹਾ ਕਲਪਿਤ ਵੱਡੇ ਆਕਾਰ ਵਾਲਾ ਗਦਮਈ ਅਖਿਆਨ ਹੈ, ਜਿਸ ਵਿੱਚ ਇੱਕ ਹੀ ਕਥਾਨਕ ਵਿੱਚ ਯਥਾਰਥ ਦੀ ਜੀਵਨ ਦੀ ਪ੍ਰਤੀਨਿਧਤਾ ਕਰਨ ਵਾਲੇ ਪਾਤਰਾਂ ਅਤੇ ਉਹਨਾਂ ਦੇ ਕਾਰਜਾਂ ਦਾ ਚਿਤਰਣ ਹੁੰਦਾ ਹੈ। ਇਸੇ ਤਰ੍ਹਾਂ ਹੀ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਅਨੁਸਾਰ ਨਾਵਲ ਗਦ ਬਿਰਤਾਂਤ ਵਿੱਚ ਕਿਸੇ ਵਿਸ਼ੇਸ਼ ਘਟਨਾ ਪ੍ਰਬੰਧ ਨੂੰ ਵਿਆਪਕ ਰੂਪ ਦੇਣ ਦੀ ਕਲਾ ਹੈ ਤੇ ਇਸ ਕਰਤੱਵ ਵਿੱਚ ਹੀ ਨਾਵਲ ਦਾ ਕਲਾ ਦੇ ਰੂਪ ਵਿੱਚ ਮਹੱਤਵ ਨਿਹਿਤ ਹੈ। ਡਾਕਟਰ ਮਹੇਂਦਰਪਾਲ ਕੋਹਲੀ ਅਨੁਸਾਰ ਨਾਵਲ ਉਹ ਗਦ ਰੂਪ ਹੈ ਜਿਸ ਵਿੱਚ ਘਟਨਾ ਜਾਂ ਘਟਨਾਵਾਂ ਦਾ ਕ੍ਰਮਬੱਧ ਬਿਆਨ ਹੁੰਦਾ ਹੈ, ਜਿਹੜੀਆਂ ਇੱਕ ਜਾਂ ਕਈ ਪਾਤਰ ਨਾਲ ਵਾਪਰੀਆਂ ਹੋਈਆਂ ਹੁੰਦੀਆਂ ਹਨ। ਇਸ ਪ੍ਰਕਾਰ ਦੀਆਂ ਹੋਰ ਵੀ ਕਈ ਪਰਿਭਾਸ਼ਾਵਾਂ ਮਿਲ ਜਾਂਦੀਆਂ ਹਨ। ਇਹਨਾਂ ਸਾਰਿਆਂ ਨੂੰ ਧਿਆਨ ਵਿੱਚ ਰੱਖ ਕੇ ਸਮੁੱਚੇ ਤੌਰ 'ਤੇ ਨਾਵਲ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਜਾ ਸਕਦੀ ਹੈ: ਨਾਵਲ ਉਹ ਸਾਹਿਤਕ ਰੂਪ ਹੈ ਜਿਸ ਵਿੱਚ ਮਾਨਵ ਜੀਵਨ ਦੇ ਵੱਖ-ਵੱਖ ਪੱਖਾਂ ਦਾ ਕਲਪਨਾਮਈ ਯਥਾਰਥ ਚਿਤਰਣ ਰਹਿੰਦਾ ਹੈ।
ਇਸ ਨੂੰ ਮਾਨਵ ਜੀਵਨ ਦਾ ਗਦਾਤਮਕ ਕਲਪਨਾਮਈ ਯਥਾਰਥ ਮਹਾਂਕਾਵ ਕਿਹਾ ਜਾ ਸਕਦਾ ਹੈ, ਜਿਸ ਵਿੱਚ ਮਨੁੱਖ ਤੋਂ ਵੱਖਰੇ ਪਦਾਰਥਾਂ ਦਾ ਵੀ ਵਰਣਨ ਮਨੁੱਖ ਦੇ ਪ੍ਰਸੰਗ ਵਿੱਚ ਹੁੰਦਾ ਹੈ ਅਤੇ ਜੋ ਸੱਚਾਈ, ਸੁੰਦਰਤਾ ਅਤੇ ਲੇਖਕ ਦੀ ਅੰਤਰਦ੍ਰਿਸ਼ਟੀ ਦੀ ਗੰਭੀਰਤਾ ਨਾਲ ਭਰਪੂਰ ਹੁੰਦਾ ਹੈ। ਨਾਵਲ ਦੀ ਵਿਲੱਖਣਤਾ ਇਸ ਵਿੱਚ ਹੈ ਕਿ ਇਸ ਰਾਹੀਂ ਨਾਵਲਕਾਰ ਮਾਨਵ ਸਮਾਜ ਨੂੰ ਚਿੱਤਰ ਕੇ ਸਮੁੱਚੇ ਸੰਸਾਰ ਦਾ ਬਿੰਬ ਪੇਸ਼ ਕਰਦਾ ਹੋਇਆ ਉਸ ਨਾਲ ਪਾਠਕ ਦੀ ਸਾਂਝ ਪੈਦਾ ਕਰਦਾ ਹੈ। ਵਿਅਕਤੀ ਸੀਮਿਤ ਘੇਰੇ ਵਿੱਚੋਂ ਨਿਕਲ ਕੇ ਸਮੁੱਚੇ ਸਮਾਜ ਦਾ ਅੰਗ ਬਣਦਾ ਹੈ। ਇਸ ਨਾਲ ਜਿੱਥੇ ਉਸ ਦੇ ਅੰਦਰ ਵਿਸ਼ਵ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ, ਉੱਥੇ ਮਾਨਵ ਸਮਾਜ ਦੀਆਂ ਸਮੱਸਿਆਵਾਂ ਨੂੰ ਸਮਝਣ ਦਾ ਉਸ ਦਾ ਆਧਾਰ ਹੀ ਬਦਲ ਜਾਂਦਾ ਹੈ। ਅਜੋਕੇ ਯੁੱਗ ਦਾ ਸਮਾਜ ਜੋ ਰੂਪ ਧਾਰਨ ਕਰ ਰਿਹਾ ਹੈ, ਉਹ ਨਾਵਲਕਾਰ ਉਸ ਨੂੰ ਪ੍ਰਤੱਖ ਹੀ ਨਹੀਂ ਕਰਦਾ, ਸਗੋਂ ਸਮਾਜ ਦੀਆਂ ਅੰਤਰ ਵਿਰੋਧਤਾਵਾਂ ਨੂੰ ਪ੍ਰਗਟਾਉਂਦਿਆਂ ਲੋੜ ਅਨੁਸਾਰ ਸਮਾਜ ਵਿੱਚ ਤਬਦੀਲੀ ਅਤੇ ਸੁਧਾਰ ਲਿਆਉਣ ਲਈ ਪ੍ਰੇਰਦਾ ਹੈ ਅਤੇ ਸੇਧ ਵੀ ਦਿੰਦਾ ਹੈ। ਮਨੁੱਖ ਸਮਾਜ ਦੀਆਂ ਸਾਰੀਆਂ ਸਮੱਸਿਆਵਾਂ ਦਾ ਚਿੱਤਰਾਕਰਨ ਸਰਲਤਾ ਪਰ ਗੰਭੀਰਤਾ ਨਾਲ ਇਸੇ ਸਾਹਿਤ ਰੂਪ ਰਾਹੀਂ ਹੀ ਸੰਭਵ ਹੈ। ਨਾਵਲ ਅਤੇ ਇਤਿਹਾਸ। ਨਾਵਲ ਇਤਿਹਾਸ ਵਾਂਗ ਲਿਖਿਆ ਜਾਂਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਨਾਵਲ ਇਤਿਹਾਸ ਹੈ, ਸਗੋਂ ਇਹਨਾਂ ਦੋਹਾਂ ਵਿੱਚ ਬਹੁਤ ਅਧਿਕ ਅੰਤਰ ਹੈ। ਪਹਿਲੀ ਗੱਲ ਇਸ ਸੰਬੰਧ ਵਿੱਚ ਵਿਚਾਰਨ ਵਾਲੀ ਇਹ ਹੈ ਕਿ ਇਤਿਹਾਸ ਵਿੱਚ ਤੱਥਾਂ ਦੀ ਪ੍ਰਧਾਨਤਾ ਹੁੰਦੀ ਹੈ, ਇਸ ਲਈ ਸਾਰਾ ਕਥਨ ਬੜਾ ਖੁਸ਼ਕ ਅਤੇ ਨੀਰਸ ਹੁੰਦਾ ਹੈ, ਜਦਕਿ ਨਾਵਲ ਵਿੱਚ ਕਲਪਨਾ ਦੇ ਮੇਲ ਨਾਲ ਤੱਥਾਂ ਦੇ ਪਿੰਜਰ ਵਿੱਚ ਪ੍ਰਾਣਾਂ ਦਾ ਸੰਚਾਰ ਕੀਤਾ ਜਾਂਦਾ ਹੈ। ਕਹਿਣ ਤੋਂ ਭਾਵ ਹੈ ਨਾਵਲ ਦੇ ਤੱਥ ਜੀਵੰਤ ਹੁੰਦੇ ਹਨ ਅਤੇ ਇਤਿਹਾਸ ਦੇ ਪ੍ਰਾਣਹੀਨ। ਦੂਜਾ ਅੰਤਰ ਇਹ ਹੈ ਕਿ ਇਤਿਹਾਸਕਾਰ ਕੇਵਲ ਤੱਥਾਂ ਨੂੰ ਪੇਸ਼ ਕਰਦਾ ਹੈ, ਉਸ ਕੋਲ ਆਪਣੇ ਅਨੁਭਵ ਨੂੰ ਨਾਵਲ ਵਿੱਚ ਸ਼ਾਮਲ ਕਰਨ ਦੀ ਸਮਰੱਥਾ ਨਹੀਂ, ਪਰ ਨਾਵਲਕਾਰ ਨੂੰ ਆਪਣੇ ਬਿਰਤਾਂਤ ਵਿੱਚ ਨਿੱਜੀ ਅਨੁਭਵਾਂ ਨੂੰ ਕਥਾ ਜਾਂ ਪਾਤਰ ਦੇ ਮਾਧਿਅਮ ਰਾਹੀਂ ਪੇਸ਼ ਕਰਨ ਦੀ ਖੁੱਲ੍ਹ ਹੁੰਦੀ ਹੈ। ਤੀਜਾ ਭੇਦ ਇਹ ਹੈ ਕਿ ਇਤਿਹਾਸ ਵਿੱਚ ਨਾਵਾਂ ਅਤੇ ਤਾਰੀਖਾਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ, ਪਰ ਨਾਵਲਕਾਰ ਲਈ ਇਹਨਾਂ ਗੱਲਾਂ ਦਾ ਕੋਈ ਮਹੱਤਵ ਨਹੀਂ। ਸੱਚ ਤਾਂ ਇਹ ਹੈ ਕਿ ਇਤਿਹਾਸ ਵਿੱਚ ਨਾਵਾਂ ਅਤੇ ਤਾਰੀਖਾਂ ਤੋਂ ਬਿਨਾਂ ਬਾਕੀ ਸਭ ਕੁਝ ਝੂਠਾ ਹੈ ਅਤੇ ਇਸ ਦੇ ਉਲਟ ਨਾਵਲ ਵਿੱਚ ਨਾਵਾਂ ਅਤੇ ਤਾਰੀਖਾਂ ਨੂੰ ਛੱਡ ਕੇ ਬਾਕੀ ਜੋ ਕੁਝ ਲਿਖਿਆ ਗਿਆ ਉਹ ਸਭ ਕੁਝ ਸੱਚਾ ਹੈ। ਚੌਥਾ ਫਰਕ ਇਹ ਹੈ ਕਿ ਇਤਿਹਾਸ ਵਿੱਚ ਵਿਅਕਤੀ ਦੇ ਸਰੂਪ ਨੂੰ ਚਿਤਰਨ ਦੀ ਕੋਈ ਗੁੰਜਾਇਸ਼ ਨਹੀਂ, ਕਿਉਂਕਿ ਇਤਿਹਾਸ ਵਿੱਚ ਰਾਜਨੀਤਿਕ ਗਤੀਵਿਧੀ ਅਤੇ ਰਾਸ਼ਟਰੀ ਸਮੱਸਿਆ ਹੀ ਵਿਸ਼ੇਸ਼ ਰੂਪ ਵਿੱਚ ਚਿਤਰੀ ਜਾਂਦੀ ਹੈ। ਨਾਵਲ ਵਿੱਚ ਵਿਅਕਤੀ ਨੂੰ ਆਧਾਰ ਬਣਾ ਕੇ ਮਾਨਵ ਜੀਵਨ ਦੀ ਵਿਆਖਿਆ ਕੀਤੀ ਜਾਂਦੀ ਹੈ। ਪਾਤਰਾਂ ਦੇ ਮਨ ਦੇ ਅੰਦਰ ਉਤਰ ਕੇ ਲੇਖਕ ਗੁੱਝੀਆਂ ਗੱਲਾਂ, ਮਾਨਸਿਕ ਗੁੰਝਲਾਂ ਪਾਠਕ ਸਾਹਮਣੇ ਪੇਸ਼ ਕਰਕੇ ਉਹਨਾਂ ਦਾ ਸਮਾਧਾਨ ਕਰਦਾ ਹੋਇਆ ਪਾਠਕ ਨੂੰ ਪਰੋਖ ਰੂਪ ਵਿੱਚ ਅਗਵਾਈ ਦਿੰਦਾ ਹੈ। ਪੰਜਵਾਂ ਭੇਦ ਇਹ ਹੈ ਕਿ ਇਤਿਹਾਸ ਵਿੱਚ ਘਟਨਾਵਾਂ ਦਾ ਚਿਤਰਣ ਇੰਨ ਬਿੰਨ ਹੁੰਦਾ ਹੈ। ਜੋ ਕੁਝ ਹੋ ਚੁੱਕਿਆ ਹੈ ਉਸ ਨੂੰ ਵਰਣਿਤ ਕਰਨਾ ਹੈ, ਪਰ ਨਾਵਲਕਾਰ ਜੋ ਕੁਝ ਹੋਣਾ ਸੰਭਵ ਹੈ ਉਸ ਨੂੰ ਵੀ ਆਪਣੀ ਕਥਾ ਵਸਤੂ ਵਿੱਚ ਸਮੇਟਦਾ ਹੈ। ਇਸ ਤਰ੍ਹਾਂ ਉਹ ਮੌਲਿਕ ਢੰਗ ਨਾਲ ਆਪਣੀ ਕਥਾ ਵਸਤੂ ਪੇਸ਼ ਕਰਦਾ ਹੈ। ਕਥਾ ਵਸਤੂ ਨੂੰ ਸੰਵਾਰਨ ਜਾਂ ਜੀਵਨ ਅਨੁਕੂਲ ਬਣਾਉਣ ਲਈ ਉਸ ਪਾਸ ਕਲਪਨਾ ਦਾ ਬਹੁਤ ਵੱਡਾ ਸਾਧਨ ਹੈ। ਨਾਵਲ ਅਤੇ ਨਾਟਕ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਨਾਟਕ ਵਿੱਚ ਨਾਟਕਕਾਰ ਕਲਪਨਾ ਦੀ ਵਰਤੋਂ ਨਾਵਲਕਾਰ ਵਾਂਗ ਕਰਦਾ ਹੈ, ਪਰ ਫਿਰ ਵੀ ਇਹਨਾਂ ਦੋਹਾਂ ਵਿੱਚ ਫਰਕ ਹੈ। ਇਸ ਸੰਬੰਧ ਵਿੱਚ ਪਹਿਲੀ ਵਿਚਾਰਨਯੋਗ ਗੱਲ ਇਹ ਹੈ ਕਿ ਨਾਟਕ ਦ੍ਰਿਸ਼ ਸਾਹਿਤ ਰੂਪ ਹੈ, ਉਹ ਰੰਗਮੰਚ ਉੱਤੇ ਪੇਸ਼ ਕਰਕੇ ਦਰਸ਼ਕਾਂ ਨੂੰ ਵਿਖਾਇਆ ਜਾਂਦਾ ਹੈ, ਜਦਕਿ ਨਾਵਲ ਸ਼੍ਰਵਯ ਸਾਹਿਤ ਰੂਪ ਹੈ। ਇਸ ਦਾ ਆਨੰਦ ਪੜ੍ਹ ਜਾਂ ਸੁਣ ਕੇ ਪ੍ਰਾਪਤ ਕੀਤਾ ਜਾਂਦਾ ਹੈ। ਇਹਨਾਂ ਵਿਚਲੇ ਅੰਤਰ ਦਾ ਦੂਜਾ ਆਧਾਰ ਇਹ ਹੈ ਕਿ ਨਾਟਕਕਾਰ ਆਪਣੀ ਰਚਨਾ ਵਿੱਚ ਪ੍ਰਗਟ ਰੂਪ ਵਿੱਚ ਕੁਝ ਵੀ ਨਹੀਂ ਕਹਿ ਸਕਦਾ। ਉਸਨੇ ਜੋ ਕੁਝ ਕਹਿਣਾ ਹੈ ਪਾਤਰਾਂ ਦੇ ਮਾਧਿਅਮ ਰਾਹੀਂ ਕਹਿਣਾ ਹੈ, ਪਰ ਨਾਵਲਕਾਰ ਇਸ ਪੱਖੋਂ ਕਿਸੇ ਬੰਧਨ ਵਿੱਚ ਨਹੀਂ ਬੰਨ੍ਹਿਆ ਹੋਇਆ। ਉਸਨੇ ਜੋ ਕੁਝ ਕਹਿਣਾ ਹੁੰਦਾ ਹੈ ਉਹ ਆਪ ਵੀ ਕਹਿੰਦਾ ਹੈ ਅਤੇ ਪਾਤਰਾਂ ਰਾਹੀਂ ਵੀ ਅਖਵਾਉਂਦਾ ਹੈ। ਤੀਜਾ ਅੰਤਰ ਇਹ ਹੈ ਕਿ ਨਾਟਕ ਦਾ ਆਕਾਰ ਸਮੇਂ ਦੀ ਸੀਮਾ ਵਿੱਚ ਬੰਨ੍ਹਿਆ ਹੋਇਆ ਹੈ। 2-3 ਘੰਟਿਆਂ ਵਿੱਚ ਨਾਟਕ ਨੂੰ ਮੰਚਿਤ ਕਰਨਾ ਹੁੰਦਾ ਹੈ, ਪਰ ਨਾਵਲ ਦਾ ਆਕਾਰ ਕਈ 100 ਸਫ਼ਿਆਂ ਵਿੱਚ ਪਸਰਿਆ ਹੋ ਸਕਦਾ ਹੈ। ਸਪਸ਼ਟ ਹੈ ਕਿ ਦੋਵੇਂ ਕਲਪਨਾ ਦੇ ਸੰਯੋਗ ਨਾਲ ਚਿੱਤਰੇ ਸਾਹਿਤ ਰੂਪ ਹੋਣ ਦੇ ਬਾਵਜੂਦ ਆਪਣੀ ਸੁਤੰਤਰ ਹੋਂਦ ਰੱਖਦੇ ਹਨ। ਨਾਟਕ ਬੀਤੀ ਹੋਈ ਘਟਨਾ ਨੂੰ ਮੰਚ ਉੱਤੇ ਵਾਪਰਦੀ ਦਿਖਾਉਂਦਾ ਹੈ ਅਤੇ ਨਾਵਲਕਾਰ ਆਪਣੀ ਕਥਾ ਵਸਤੂ ਨੂੰ ਬੀਤੇ ਹੋਏ ਕਾਲ ਦੀ ਕੁੱਖ ਵਿੱਚੋਂ ਬਾਹਰ ਨਹੀਂ ਕੱਢਦਾ। ਤੱਤ। ਹਰ ਇੱਕ ਸਾਹਿਤ ਰੂਪ ਦੇ ਆਪਣੇ ਆਪਣੇ ਤੱਤ ਹੁੰਦੇ ਹਨ ਜੋ ਕੁਝ ਸੀਮਾ ਤੱਕ ਇੱਕ ਦੂਜੇ ਨਾਲ ਮੇਲ ਖਾਂਦੇ ਹਨ,
ਪਰ ਅਭਿਵਿਅਕਤੀ ਦੇ ਸਰੂਪ ਦੇ ਪੱਖ ਤੋਂ ਉਹਨਾਂ ਦੇ ਤੱਤਾਂ ਵਿੱਚ ਭਿੰਨਤਾ ਹੋ ਸਕਦੀ ਹੈ। ਨਾਵਲ ਦੇ ਵਿਦਵਾਨਾਂ ਨੇ ਆਮ ਤੌਰ 'ਤੇ 6 ਤੱਤ ਮੰਨੇ ਹਨ। ਕਥਾ ਵਸਤੂ ਯਾਨੀ ਕਿ ਕਥਾਨਕ, ਚਰਿੱਤਰ ਚਿਤਰਣ, ਵਾਰਤਾਲਾਪ, ਵਾਤਾਵਰਨ, ਸ਼ੈਲੀ ਅਤੇ ਉਦੇਸ਼। ਪਹਿਲਾ ਪੁਆਇੰਟ ਹੈ ਕਥਾ ਵਸਤੂ। ਕਥਾ ਵਸਤੂ ਦਾ ਨਾਵਲ ਵਿੱਚ ਉਹੀ ਸਥਾਨ ਹੈ ਜੋ ਸਰੀਰ ਵਿੱਚ ਰੀੜ੍ਹ ਦੀ ਹੱਡੀ ਦਾ ਹੁੰਦਾ ਹੈ। ਇਸ ਤੋਂ ਬਿਨਾਂ ਨਾਵਲ ਦੀ ਹੋਂਦ ਹੀ ਸੰਭਵ ਨਹੀਂ। ਅੱਜ ਕੱਲ੍ਹ ਲਿਖੇ ਗਏ ਕੁਝ ਨਾਵਲਾਂ ਵਿੱਚ ਕਥਾ ਵਸਤੂ ਨੂੰ ਘੱਟ ਸਥਾਨ ਦਿੱਤਾ ਜਾ ਰਿਹਾ ਹੈ, ਪਰ ਫਿਰ ਵੀ ਜੇ ਨਾਵਲ ਨੇ ਨਾਵਲ ਅਖਵਾਉਣਾ ਹੈ ਤਾਂ ਉਸ ਵਿੱਚ ਕਥਾ ਵਸਤੂ ਦੇ ਮਹੱਤਵ ਨੂੰ ਘਟਾਇਆ ਨਹੀਂ ਜਾ ਸਕਦਾ। ਨਾਵਲ ਹੋਰ ਕੁਝ ਹੋਏ ਨਾ ਹੋਏ, ਕਹਾਣੀ ਜ਼ਰੂਰ ਹੋਏਗਾ। ਜਿਨ੍ਹਾਂ ਨਾਵਲਾਂ ਵਿੱਚ ਕਹਾਣੀ ਜਾਂ ਕਥਾ ਵਸਤੂ ਨੂੰ ਘੱਟ ਮਹੱਤਵ ਦਿੱਤਾ ਗਿਆ, ਉਹਨਾਂ ਵਿੱਚ ਪਾਤਰਾਂ ਦੇ ਮਨੋਵਿਗਿਆਨਿਕ ਪੱਖ ਨੂੰ ਵਿਸ਼ੇਸ਼ ਰੂਪ ਵਿੱਚ ਉਗਾੜਿਆ ਗਿਆ ਹੈ। ਇਸ ਸੰਬੰਧ ਵਿੱਚ ਹਿੰਦੀ ਅਤੇ ਉਰਦੂ ਦੇ ਪ੍ਰਸਿੱਧ ਨਾਵਲਕਾਰ ਮੁਨਸ਼ੀ ਪ੍ਰੇਮਚੰਦ ਦਾ ਇਹ ਕਥਨ ਵਿਚਾਰਨਯੋਗ ਹੈ ਕਿ ਮੈਂ ਉਪਨਿਆਸ ਨੂੰ ਮਾਨਵ ਚਰਿੱਤਰ ਦਾ ਚਿੱਤਰ ਮਾਤਰ ਸਮਝ ਸਕਦਾ ਹਾਂ। ਮੈਂ ਉਪਨਿਆਸ ਨੂੰ ਮਾਨਵ ਚਰਿੱਤਰ ਦਾ ਚਿੱਤਰ ਮਾਤਰ ਸਮਝਦਾ ਹਾਂ। ਮਾਨਵ ਚਰਿੱਤਰ ਉੱਤੇ ਪ੍ਰਕਾਸ਼ ਪਾਉਣਾ ਅਤੇ ਉਸ ਦੇ ਰਹੱਸਾਂ ਨੂੰ ਖੋਲ੍ਹਣਾ ਹੀ ਉਪਨਿਆਸ ਦਾ ਮੂਲ ਤੱਤ ਹੈ। ਨਾਵਲਕਾਰ ਆਪਣੇ ਨਾਵਲ ਦੀ ਕਥਾ ਵਸਤੂ ਜੀਵਨ ਦੇ ਕਿਸੇ ਵੀ ਖੇਤਰ ਵਿੱਚੋਂ ਲੈ ਸਕਦਾ ਹੈ। ਹਡਸਨ ਦੇ ਕਥਨ ਅਨੁਸਾਰ ਨਾਵਲ ਉਹੀ ਮਹਾਨ ਹੋ ਸਕਦਾ ਹੈ ਜਿਸ ਦਾ ਆਕਾਰ ਵਿਸਤਾਰ ਪੂਰਵਕ ਅਤੇ ਗੰਭੀਰ ਰੂਪ ਵਿੱਚ ਉਹਨਾਂ ਚੀਜ਼ਾਂ ਉੱਤੇ ਟਿਕਿਆ ਹੋਵੇ ਜੋ ਸਾਨੂੰ ਮਾਨਵ ਜੀਵਨ ਦੇ ਸੰਘਰਸ਼ਾਂ ਵਿੱਚ ਲਗਾਤਾਰ ਅਤੇ ਸੰਜੀਦਗੀ ਨਾਲ ਪ੍ਰਭਾਵਿਤ ਕਰਦੀਆਂ ਹਨ। ਨਾਵਲਕਾਰ ਲਈ ਜ਼ਰੂਰੀ ਹੈ ਕਿ ਜਿਸ ਵਿਸ਼ੇ ਨੂੰ ਉਹ ਆਪਣੇ ਨਾਵਲ ਵਿੱਚ ਚਿਤਰਨਾ ਚਾਹੁੰਦਾ ਹੈ ਉਸ ਨੂੰ ਗੰਭੀਰ ਅਤੇ ਪੂਰਾ ਗਿਆਨ ਹੋਵੇ। ਜਿਨ੍ਹਾਂ ਵਿਸ਼ਿਆਂ ਬਾਰੇ ਲੇਖਕ ਨੂੰ ਗਿਆਨ ਨਹੀਂ, ਜੇ ਉਹਨਾਂ ਨੂੰ ਨਾਵਲ ਵਿੱਚ ਚਿਤਰਨ ਦਾ ਯਤਨ ਕਰੇਗਾ ਤਾਂ ਨਿਸ਼ਚੇ ਹੀ ਉਹ ਨਾਵਲ ਘਟੀਆ ਕਿਸਮ ਦਾ ਹੋਵੇਗਾ। ਜਦ ਤੱਕ ਨਾਵਲਕਾਰ ਨੂੰ ਉਸ ਵਿਸ਼ੇ ਦਾ ਅਨੁਭਵ ਨਹੀਂ, ਤਦ ਤੱਕ ਉਸ ਦਾ ਬਿਆਨ ਇਮਾਨਦਾਰੀ ਤੋਂ ਸਖਣਾ ਹੋਵੇਗਾ। ਕਥਾ ਵਸਤੂ ਭਾਵੇਂ ਕਿਤਨੀ ਹੀ ਮਹਾਨ ਕਿਉਂ ਨਾ ਹੋਵੇ, ਜਦ ਤੱਕ ਲੇਖਕ ਨੂੰ ਉਸ ਦਾ ਪੂਰਾ ਅਨੁਭਵ ਅਤੇ ਗਿਆਨ ਨਹੀਂ ਤਾਂ ਉਹ ਪ੍ਰਭਾਵਸ਼ਾਲੀ ਨਹੀਂ ਬਣ ਸਕਦੀ। ਕਥਾ ਵਸਤੂ ਇਤਿਹਾਸ, ਪੁਰਾਣ, ਜੀਵਨੀ, ਦੰਤ ਕਥਾ ਆਦਿ ਕਿਤੋਂ ਵੀ ਲਈ ਜਾ ਸਕਦੀ ਹੈ, ਪਰ ਉਸ ਦਾ ਸੱਚ ਜੀਵਨ ਸੱਚ ਹੋਣਾ ਚਾਹੀਦਾ ਹੈ। ਇਹ ਜ਼ਰੂਰੀ ਨਹੀਂ ਕਿ ਨਾਵਲ ਦੀ ਕਥਾ ਵਸਤੂ ਬਿਲਕੁਲ ਸੱਚ ਹੋਵੇ। ਹਾਂ, ਉਹ ਜੀਵਨ ਸੱਚ ਦੇ ਨੇੜੇ ਹੋਣੀ ਚਾਹੀਦੀ ਹੈ ਜਾਂ ਕਲਪਨਾ ਰਾਹੀਂ ਉਸ ਵਰਗੀ ਸਿਰਜੀ ਜਾ ਸਕਦੀ ਹੈ। ਨਾਵਲ ਵਿੱਚ ਕਥਾ ਵਸਤੂ ਦੇ 2 ਰੂਪ ਹੁੰਦੇ ਹਨ। ਇੱਕ ਮੁੱਖ ਕਥਾ ਹੁੰਦੀ ਹੈ ਜਿਸ ਦਾ ਸੰਬੰਧ ਨਾਇਕ ਨਾਇਕਾ ਨਾਲ ਹੁੰਦਾ ਹੈ। ਦੂਜੀ ਕਥਾ ਪ੍ਰਸੰਗੀ ਕਥਾ ਅਖਵਾਉਂਦੀ ਹੈ ਜੋ ਮੁੱਖ ਕਥਾ ਦੀ ਸਹਾਇਤਾ ਲਈ ਸ਼ਾਮਿਲ ਕੀਤੀ ਜਾਂਦੀ ਹੈ। ਇਹ ਇੱਕ ਤੋਂ ਵੱਧ ਵੀ ਹੋ ਸਕਦੀਆਂ ਹਨ। ਕਥਾ ਵਸਤੂ ਨੂੰ ਨਾਵਲਕਾਰ ਕਈ ਢੰਗਾਂ ਨਾਲ ਪੇਸ਼ ਕਰਦਾ ਹੈ। ਆਮ ਤੌਰ 'ਤੇ 4 ਪ੍ਰਕਾਰ ਪ੍ਰਮੁੱਖ ਹਨ। ਪਹਿਲਾ ਇਤਿਹਾਸਕ ਢੰਗ, ਜਿਸ ਵਿੱਚ ਨਾਵਲਕਾਰ ਇਤਿਹਾਸਕਾਰ ਵਾਂਗ ਸਾਰਾ ਬਿਰਤਾਂਤ ਪੇਸ਼ ਕਰਦਾ ਹੈ। ਇਸ ਨੂੰ ਕਥਾਤਮਕ ਢੰਗ ਵੀ ਕਿਹਾ ਜਾ ਸਕਦਾ ਹੈ। ਦੂਜਾ ਆਤਮ ਕਥਾ ਵਾਲਾ ਢੰਗ, ਜਿਸ ਵਿੱਚ ਸਾਰਾ ਬਿਰਤਾਂਤ ਨਾਇਕ ਦੇ ਮੁੱਖ ਤੋਂ ਉਚਵਾਇਆ ਜਾਂਦਾ ਹੈ। ਇਸ ਵਿੱਚ ਅਸਲੋਂ ਨਾਵਲਕਾਰ ਨਾਇਕ ਦੀ ਜ਼ਬਾਨ ਰਾਹੀਂ ਖੁਦ ਬੋਲ ਰਿਹਾ ਹੁੰਦਾ ਹੈ। ਤੀਜਾ ਪੱਤਰ ਲੇਖਣ ਢੰਗ ਹੈ, ਜਿਸ ਦੀਆਂ ਚਿੱਠੀਆਂ, ਪੱਤਰਾਂ, ਡਾਇਰੀ ਦੀਆਂ ਟੁਕਾਂ ਰਾਹੀਂ ਨਾਵਲਕਾਰ ਬਿਰਤਾਂਤ ਪੇਸ਼ ਕਰਦਾ ਹੈ। ਇਹ ਢੰਗ ਨਾ ਬਹੁਤ ਸਰਲ ਹੈ ਅਤੇ ਨਾ ਹੀ ਬਹੁਤ ਪ੍ਰਚਲਿਤ ਹੈ। ਚੌਥਾ ਮਿਸ਼ਰਿਤ ਢੰਗ ਹੈ, ਜਿਸ ਵਿੱਚ ਉਪਰੋਕਤ ਤਿੰਨਾਂ ਢੰਗਾਂ ਨੂੰ ਸ਼ਾਮਿਲ ਕਰ ਲਿਆ ਜਾਂਦਾ ਹੈ। ਉਂਝ ਇਹਨਾਂ ਸਾਰਿਆਂ ਵਿੱਚੋਂ ਪਹਿਲਾ ਢੰਗ ਅਧਿਕ ਪ੍ਰਚਲਿਤ ਹੈ। ਕਥਾਨਕ ਵਿੱਚ ਵਿਦਵਾਨਾਂ ਨੇ 3 ਗੁਣਾਂ ਜਾਂ ਵਿਸ਼ੇਸ਼ਤਾਵਾਂ ਦੀ ਹੋਂਦ ਹੋਣੀ ਜ਼ਰੂਰੀ ਮੰਨੀ ਹੈ। ਪਹਿਲੀ ਵਿਸ਼ੇਸ਼ਤਾ ਹੈ ਮੌਲਿਕਤਾ। ਜੋ ਗੱਲ ਕਿਸੇ ਪਹਿਲਾਂ ਕਹਿ ਦਿੱਤੀ ਹੈ ਉਸ ਨੂੰ ਪਾਠਕ ਪੜ੍ਹਨਾ ਪਸੰਦ ਨਹੀਂ ਕਰਦਾ। ਇਸ ਲਈ ਨਾਵਲਕਾਰ ਨੂੰ ਚਾਹੀਦਾ ਹੈ ਕਿ ਉਹ ਜੀਵਨ ਦੇ ਕਿਸੇ ਮੌਲਿਕ ਤੱਥ ਨੂੰ ਆਪਣੇ ਬਿਰਤਾਂਤ ਦਾ ਵਿਸ਼ਾ ਬਣਾਏ। ਪਹਿਲਾਂ ਤੋਂ ਜਾਣੀ ਪਛਾਣੀ ਕਥਾ ਵੀ ਲੇਖਕ ਦੀ ਪ੍ਰਤਿਭਾ ਅਤੇ ਸ਼ੈਲੀ ਦੇ ਨਿਵੇਕਲੇਪਣ ਕਰਕੇ ਮੌਲਿਕ ਰੂਪ ਧਾਰਨ ਕਰ ਸਕਦੀ ਹੈ। ਦੂਜੀ ਵਿਸ਼ੇਸ਼ਤਾ ਹੈ ਰੌਚਕਤਾ। ਜੇ ਕਥਾ ਵਸਤੂ ਰੌਚਕ ਨਹੀਂ ਤਾਂ ਪਾਠਕ ਉਸ ਨੂੰ ਪਸੰਦ ਨਹੀਂ ਕਰਨਗੇ। ਰੌਚਕਤਾ ਲਈ ਕਥਾ ਵਸਤੂ ਵਿੱਚ ਕੌਤੂਹਲਤਾ ਜਾਂ ਉਤਸੁਕਤਾ ਦੇ ਅੰਸ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਤੀਜੀ ਵਿਸ਼ੇਸ਼ਤਾ ਹੈ ਸੰਭਾਵਿਤਾ। ਜੋ ਗੱਲ ਨਾਵਲ ਵਿੱਚ ਕਹੀ ਗਈ ਹੋਵੇ ਉਹ ਆਮ ਜੀਵਨ ਵਿੱਚ ਸੰਭਵ ਹੋਣੀ ਚਾਹੀਦੀ ਹੈ। ਕਲਪਨਾ ਵੀ ਜੀਵਨ ਦੇ ਅਨੁਰੂਪ ਹੋਣੀ ਚਾਹੀਦੀ ਹੈ।
ਜੇ ਸੰਭਾਵਨਾਵਾਂ ਦਾ ਧਿਆਨ ਨਹੀਂ ਰੱਖਿਆ ਜਾਏਗਾ ਤਾਂ ਕਥਾ ਵਸਤੂ ਸੱਚ ਤੋਂ ਪਰੇ ਹਟ ਜਾਏਗੀ। ਇਸ ਸੰਬੰਧ ਵਿੱਚ ਹੈਨਰੀ ਜੇਮਸ ਦੀ ਸਥਾਪਨਾ ਹੈ ਕਿ ਸੱਚਾਈ ਦਾ ਮਾਹੌਲ ਇੱਕ ਨਾਵਲ ਦਾ ਸਭ ਤੋਂ ਚੰਗਾ ਅਤੇ ਵੱਡਾ ਗੁਣ ਹੈ ਜਿਸ ਉੱਤੇ ਬਾਕੀ ਗੁਣ ਨਿਰਭਰ ਕਰਦੇ ਹਨ। ਨਾਵਲ ਦਾ ਕਥਾਨਕ ਗੁੱਟ ਅਤੇ ਢਿੱਲਾ ਦੋ ਤਰ੍ਹਾਂ ਦਾ ਹੁੰਦਾ ਹੈ। ਜਿਨ੍ਹਾਂ ਨਾਵਲਾਂ ਵਿੱਚ ਘਟਨਾਵਾਂ ਦਾ ਕ੍ਰਮ ਅਤੇ ਇੱਕ ਦੂਜੀ ਨਾਲ ਸੰਬੰਧ ਨਿਸ਼ਚਿਤ ਢੰਗ ਨਾਲ ਕੀਤਾ ਗਿਆ ਹੋਵੇ ਉਹ ਗੁੱਟ ਕਥਾਨਕ ਵਾਲੇ ਨਾਵਲ ਹਨ। ਜਿਨ੍ਹਾਂ ਵਿੱਚ ਘਟਨਾਵਾਂ ਆਪਸ ਵਿੱਚ ਪੂਰੀ ਤਰ੍ਹਾਂ ਸੰਬੰਧਿਤ ਨਾ ਹੋ ਕੇ ਖਿਲਰੀਆਂ ਹੋਈਆਂ ਹਨ ਉਹਨਾਂ ਨੂੰ ਢਿੱਲੇ ਕਥਾਨਕ ਵਾਲਾ ਨਾਵਲ ਕਿਹਾ ਜਾਂਦਾ ਹੈ। ਜਿਨ੍ਹਾਂ ਨਾਵਲਾਂ ਵਿੱਚ ਕਥਾ ਵਸਤੂ ਜਾਂ ਘਟਨਾਵਾਂ ਦੀ ਪ੍ਰਧਾਨਤਾ ਹੁੰਦੀ ਹੈ ਉਹਨਾਂ ਨੂੰ ਘਟਨਾ ਪ੍ਰਧਾਨ ਨਾਵਲ ਕਿਹਾ ਜਾਂਦਾ ਹੈ। ਚਰਿੱਤਰ ਚਿਤਰਣ ਇਹ ਨਾਵਲ ਦਾ ਦੂਜਾ ਤੱਤ ਹੈ। ਇਹ ਤੱਤ ਵੀ ਕਥਾ ਵਸਤੂ ਵਾਂਗ ਬਹੁਤ ਮਹੱਤਵਪੂਰਨ ਹੈ। ਸਗੋਂ ਵਰਤਮਾਨ ਸਮੇਂ ਵਿੱਚ ਲਿਖੇ ਜਾ ਰਹੇ ਨਾਵਲਾਂ ਵਿੱਚ ਪਾਤਰਾਂ ਦੇ ਚਰਿੱਤਰ ਚਿਤਰਣ ਨੂੰ ਜ਼ਿਆਦਾ ਮਹੱਤਵ ਦਿੱਤਾ ਜਾ ਰਿਹਾ ਹੈ। ਨਾਵਲ ਚੂੰਕਿ ਜੀਵਨ ਨਾਲ ਸੰਬੰਧਿਤ ਹੈ ਇਸ ਲਈ ਜ਼ਰੂਰੀ ਹੈ ਕਿ ਨਾਵਲ ਦੇ ਸਾਰੇ ਪਾਤਰ ਸਜੀਵ ਹੋਣ, ਸੁਭਾਵਿਕ ਹੋਣ ਅਤੇ ਉਹਨਾਂ ਦਾ ਚਰਿੱਤਰ ਸਹਿਜ ਢੰਗ ਨਾਲ ਹੋਵੇ। ਜੋ ਪਾਤਰ ਸੁਭਾਵਿਕ ਨਹੀਂ ਹਨ ਜਾਂ ਜਿਨ੍ਹਾਂ ਦੇ ਕਾਰਜ ਆਮ ਜੀਵਨ ਵਿੱਚ ਵਿਚਰ ਰਹੇ ਵਿਅਕਤੀਆਂ ਵਰਗੇ ਨਹੀਂ ਹਨ ਉਹ ਕਦੇ ਵੀ ਪਾਠਕਾਂ ਦੇ ਮਨ ਉੱਤੇ ਪ੍ਰਭਾਵ ਨਹੀਂ ਪਾ ਸਕਦੇ। ਕਿਸੇ ਨਾਵਲਕਾਰ ਦੀ ਸਫਲਤਾ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਉਸ ਦੇ ਨਾਵਲ ਵਿੱਚ ਚਿੱਤਰੇ ਪਾਤਰ ਕਿਤਨੇ ਲੰਮੇ ਸਮੇਂ ਤੱਕ ਪਾਠਕਾਂ ਉੱਤੇ ਆਪਣਾ ਪ੍ਰਭਾਵ ਪਾਈ ਰੱਖਣਗੇ। ਨਾਵਲ ਦੇ ਪਾਤਰਾਂ ਦੇ ਵਿਅਕਤੀਤਵ ਦੇ ਦੋ ਪੱਖ ਹੁੰਦੇ ਹਨ, ਬਾਹਰਲਾ ਅਤੇ ਅੰਦਰਲਾ। ਬਾਹਰਲੇ ਵਿਅਕਤੀਤਵ ਵਿੱਚ ਉਸ ਦਾ ਆਕਾਰ, ਪ੍ਰਕਾਰ, ਰੂਪ, ਰੰਗ, ਬੋਲਚਾਲ, ਬਸਤਰ ਆਦਿ ਆਉਂਦੇ ਹਨ। ਵਿਅਕਤੀਤਵ ਦੇ ਇਸ ਪੱਖ ਨੂੰ ਚਿਤਰਣ ਲਈ ਲੇਖਕ ਬਿਰਤਾਂਤਿਕ ਸ਼ੈਲੀ ਦੀ ਵਰਤੋਂ ਕਰਦਾ ਹੈ। ਅੰਦਰਲੇ ਵਿਅਕਤੀਤਵ ਨੂੰ ਚਿਤਰਣ ਲਈ ਲੇਖਕ ਦੋ ਤਰੀਕੇ ਵਰਤਦਾ ਹੈ, ਪ੍ਰਤੱਖ ਜਾਂ ਵਿਸ਼ਲੇਸ਼ਣਾਤਮਕ ਢੰਗ ਅਤੇ ਅਪ੍ਰਤੱਖ ਢੰਗ। ਪ੍ਰਤੱਖ ਢੰਗ ਵਿੱਚ ਲੇਖਕ ਪਾਤਰ ਦੀਆਂ ਚਰਿੱਤਰ ਸੰਬੰਧੀ ਵਿਸ਼ੇਸ਼ਤਾਵਾਂ, ਉਸ ਦੇ ਭਾਵਾਂ, ਵਿਚਾਰਾਂ ਬਾਰੇ ਖੁਦ ਦੱਸਦਾ ਹੈ। ਅਪ੍ਰਤੱਖ ਢੰਗ ਵਿੱਚ ਲੇਖਕ ਇੱਕ ਪਾਸੇ ਰਹਿ ਜਾਂਦਾ ਹੈ। ਲੇਖਕ ਹੋਰਨਾਂ ਪਾਤਰਾਂ ਉੱਤੇ ਪਏ ਉਸ ਪਾਤਰ ਦੇ ਪ੍ਰਭਾਵਾਂ, ਉਸ ਦੇ ਬੋਲਾਂ ਅਤੇ ਕਿਰਿਆਵਾਂ ਰਾਹੀਂ ਚਰਿੱਤਰ ਚਿਤਰਣ ਕਰਦਾ ਹੈ। ਪਾਤਰ ਖੁਦ ਆਪਣੇ ਆਪ ਨੂੰ ਪ੍ਰਗਟ ਕਰਦੇ ਹਨ। ਇਹ ਦੋਵੇਂ ਢੰਗ ਮਹੱਤਵਪੂਰਨ ਹਨ ਪਰ ਦੂਜੇ ਢੰਗ ਦੀ ਵਰਤੋਂ ਜ਼ਿਆਦਾ ਸਲਾਹੀ ਜਾਂਦੀ ਹੈ। ਪਾਤਰ ਦੇ ਚਰਿੱਤਰ ਚਿਤਰਣ ਦਾ ਭਾਵੇਂ ਕੋਈ ਵੀ ਢੰਗ ਅਪਣਾਇਆ ਜਾਏ ਪਰ ਧਿਆਨ ਇਸ ਗੱਲ ਦਾ ਰੱਖਣਾ ਚਾਹੀਦਾ ਹੈ ਕਿ ਪਾਤਰ ਦੇ ਚਰਿੱਤਰ ਦਾ ਵਿਕਾਸ ਸੁਭਾਵਿਕ ਢੰਗ ਨਾਲ ਹੋਵੇ। ਸ਼ੁਰੂ ਤੋਂ ਪਾਤਰ ਦੇ ਗੁਣਾਂ ਅਤੇ ਦੋਸ਼ਾਂ ਦਾ ਉਲੇਖ ਕਰਕੇ ਵੱਖ-ਵੱਖ ਪਰਿਸਥਿਤੀਆਂ, ਪ੍ਰਭਾਵਾਂ, ਅਨੁਭਵਾਂ ਅਤੇ ਘਟਨਾਵਾਂ ਬਾਰੇ ਹੋਣ ਵਾਲੀਆਂ ਪ੍ਰਤੀਕਿਰਿਆ ਵਿੱਚੋਂ ਲੰਘਦਾ ਹੋਇਆ ਚਰਿੱਤਰ ਵਿਕਸਿਤ ਹੋਏ। ਸਪਸ਼ਟ ਹੈ ਕਿ ਸਫਲ ਚਰਿੱਤਰ ਚਿਤਰਣ ਲਈ ਮਾਨਵ ਸੁਭਾਅ ਦੀ ਡੂੰਘੀ ਵਾਕਫੀ, ਉਸ ਦੇ ਵਿਚਾਰਾਂ, ਭਾਵਨਾਵਾਂ ਅਤੇ ਮਨ ਦੀ ਸਥਿਤੀ ਦੀ ਪੂਰੀ ਜਾਣਕਾਰੀ ਹੈ ਅਤੇ ਉਸ ਦੇ ਵਰਗ ਦਾ ਪੂਰਾ ਬੋਧ ਹੋਣਾ ਚਾਹੀਦਾ ਹੈ। ਚਰਿੱਤਰ ਚਿਤਰਣ ਦੀ ਦ੍ਰਿਸ਼ਟੀ ਤੋਂ ਪਾਤਰ ਚਾਰ ਤਰ੍ਹਾਂ ਦੇ ਮੰਨੇ ਗਏ ਹਨ। ਇੱਕ, ਵਿਅਕਤੀ ਪ੍ਰਧਾਨ ਪਾਤਰ ਜੋ ਆਪਣੇ ਹੀ ਢੰਗ ਦੇ ਹੁੰਦੇ ਹਨ, ਉਹਨਾਂ ਦੀਆਂ ਵਿਸ਼ੇਸ਼ਤਾਵਾਂ ਦੂਜੇ ਨਾਲ ਮੇਲ ਨਹੀਂ ਖਾਂਦੀਆਂ। 2, ਵਰਗ ਪ੍ਰਧਾਨ ਪਾਤਰ ਜੋ ਆਪਣੇ ਵਰਗ ਦੀ ਪ੍ਰਤੀਨਿਧਤਾ ਕਰਦੇ ਹਨ, ਉਹਨਾਂ ਦੇ ਚਰਿੱਤਰ ਵਿੱਚ ਉਸ ਵਰਗ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਸ਼ਾਮਿਲ ਹੁੰਦੀਆਂ ਹਨ। 3, ਸਥਿਰ ਪਾਤਰ ਜੋ ਘਟਨਾਵਾਂ, ਪਰਿਸਥਿਤੀਆਂ ਦੇ ਪ੍ਰਭਾਵ ਤੋਂ ਅਭਿੱਜ ਰਹਿੰਦੇ ਹਨ ਅਤੇ ਆਦਿ ਤੋਂ ਅੰਤ ਤੱਕ ਉਹਨਾਂ ਦਾ ਚਰਿੱਤਰ ਇੱਕ ਸਮਾਨ ਬਣਿਆ ਰਹਿੰਦਾ ਹੈ। 4, ਗਤੀਮਾਨ ਪਾਤਰ ਜਿਨ੍ਹਾਂ ਦੇ ਚਰਿੱਤਰ ਵਿੱਚ ਅਚਾਨਕ ਬਹੁਤ ਤਬਦੀਲੀ ਆ ਜਾਂਦੀ ਹੈ। ਕਿਸੇ ਪਰਿਸਥਿਤੀ ਦਾ ਇੱਕ ਮਾਮੂਲੀ ਜਿਹਾ ਝਟਕਾ ਹੀ ਉਹਨਾਂ ਦੀ ਜੀਵਨ ਧਾਰਾ ਨੂੰ ਬਦਲ ਸਕਦਾ ਹੈ। ਇਹ ਸਥਿਰ ਪਾਤਰਾਂ ਦੇ ਬਿਲਕੁਲ ਉਲਟ ਹਨ। ਇਹ ਸਦਾ ਗਤੀਮਾਨ ਰਹਿੰਦੇ ਹਨ, ਚਾਹੇ ਉੱਨਤੀ ਵੱਲ ਚਾਹੇ ਪਤਨ ਵੱਲ। ਜਿਨ੍ਹਾਂ ਨਾਵਲਾਂ ਵਿੱਚ ਚਰਿੱਤਰ ਚਿਤਰਣ ਉੱਤੇ ਅਧਿਕ ਬਲ ਦਿੱਤਾ ਜਾਂਦਾ ਹੈ ਜਾਂ ਚਰਿੱਤਰ ਚਿਤਰਣ ਦੀ ਪ੍ਰਧਾਨਤਾ ਹੁੰਦੀ ਹੈ ਉਹਨਾਂ ਨੂੰ ਚਰਿੱਤਰ ਪ੍ਰਧਾਨ ਜਾਂ ਪਾਤਰ ਪ੍ਰਧਾਨ ਨਾਵਲ ਕਿਹਾ ਜਾਂਦਾ ਹੈ। ਧਿਆਨਯੋਗ ਗੱਲ ਇਹ ਹੈ ਕਿ ਕਥਾ ਵਸਤੂ ਅਤੇ ਪਾਤਰ ਦੋਵੇਂ ਨਾਵਲ ਦੇ ਵਿਕਾਸ ਵਿੱਚ ਆਪਣਾ ਮਿਲਵਰਤਨ ਦੇਣ। ਘਟਨਾਵਾਂ ਨੂੰ ਪਾਤਰਾਂ ਉੱਪਰ ਥੋਪਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਪਾਤਰ ਕਠਪੁਤਲੀ ਬਣ ਕੇ ਰਹਿ ਜਾਣਗੇ। ਉਹਨਾਂ ਦੀ ਸੁਤੰਤਰ ਹੋਂਦ ਹੋਣੀ ਚਾਹੀਦੀ ਹੈ। ਬਸ ਘਟਨਾਵਾਂ ਪਾਤਰ ਨੂੰ ਵਿਸ਼ੇਸ਼ ਦਿਸ਼ਾ ਵੱਲ ਵਧਣ ਲਈ ਕੇਵਲ ਪ੍ਰੇਰਨਾ ਦੇਣ। ਉੱਧਰ ਪਾਤਰ ਪਰਿਸਥਿਤੀਆਂ ਨੂੰ ਬਦਲ, ਘਟਨਾਵਾਂ ਨੂੰ ਨਵਾਂ ਮੋੜ ਦੇਣ ਵਿੱਚ ਸਮਰੱਥ ਹੋਣ। ਅਸਲ ਵਿੱਚ
ਦੋਹਾਂ ਵਿੱਚ ਕਿਸੇ ਦੀ ਪ੍ਰਧਾਨਤਾ ਹੋਣ ਦੀ ਥਾਂ ਪਰਸਪਰ ਤਾਲਮੇਲ ਹੋਣਾ ਚਾਹੀਦਾ ਹੈ। ਇਸ ਨਾਲ ਇੱਕ ਸਫਲ ਨਾਵਲ ਦੀ ਸਿਰਜਣਾ ਹੋ ਸਕਦੀ ਹੈ। ਨੰਬਰ 3, ਵਾਰਤਾਲਾਪ ਜਾਂ ਸੰਵਾਦ। ਨਾਵਲ ਦੇ ਪਾਤਰ ਵਿੱਚ ਜੋ ਗੱਲਬਾਤ ਹੁੰਦੀ ਹੈ ਉਹਨਾਂ ਨੂੰ ਵਾਰਤਾਲਾਪ ਜਾਂ ਸੰਵਾਦ ਦਾ ਨਾਂ ਦਿੱਤਾ ਜਾਂਦਾ ਹੈ। ਇਸ ਦੇ ਦੋ ਮੁੱਖ ਕਰਤੱਵ ਹਨ। ਇਹ ਕਥਾ ਵਸਤੂ ਨੂੰ ਵਿਸਤਾਰ ਦਿੰਦਾ ਹੈ। ਇਸ ਨਾਲ ਨਾਵਲ ਵਿੱਚ ਸੰਜੀਵਤਾ ਅਤੇ ਨਾਟਕਤਾ ਹੁੰਦੀ ਹੈ। ਇਸ ਨਾਲ ਕਥਾਨਕ ਵਿੱਚ ਰੋਚਕਤਾ ਵੀ ਵੱਧਦੀ ਹੈ। ਇਸ ਨਾਲ ਸਧਾਰਨ ਜਾਂ ਗੈਰ ਜ਼ਰੂਰੀ ਘਟਨਾਵਾਂ ਵੱਲ ਸੰਕੇਤ ਕਰਕੇ ਕਥਾ ਦੇ ਵਿਸਤਾਰ ਨੂੰ ਘਟਾਇਆ ਜਾ ਸਕਦਾ ਹੈ। ਨੰਬਰ 2, ਇਸ ਨਾਲ ਚਰਿੱਤਰ ਚਿਤਰਣ ਵਿੱਚ ਸਹਾਇਤਾ ਮਿਲਦੀ ਹੈ। ਆਪਣੇ ਬਾਰੇ ਅਤੇ ਹੋਰਨਾਂ ਬਾਰੇ ਕਹਿਣ ਦੀ ਬਿਰਤੀ ਮਨੁੱਖ ਦੇ ਜਨਮ ਤੋਂ ਹੀ ਵਿਕਸਿਤ ਹੋ ਜਾਂਦੀ ਹੈ। ਇਸ ਨਾਲ ਪਾਤਰ ਨਾ ਕੇਵਲ ਚਰਿੱਤਰ ਨੂੰ ਹੀ ਨਹੀਂ ਉਘਾੜਦਾ ਸਗੋਂ ਹੋਰਨਾਂ ਦੇ ਚਰਿੱਤਰ ਉੱਤੇ ਵੀ ਪ੍ਰਕਾਸ਼ ਪਾ ਜਾਂਦਾ ਹੈ। ਵਾਰਤਾਲਾਪ ਉਹੀ ਪ੍ਰਭਾਵਸ਼ਾਲੀ ਹੁੰਦਾ ਹੈ ਜੋ ਸੁਭਾਵਿਕ ਹੋਵੇ, ਪਾਤਰਾਂ ਦੀ ਮਨ ਦੀ ਸਥਿਤੀ ਅਤੇ ਅਵਸਥਾ ਦੇ ਅਨੁਰੂਪ ਹੋਵੇ, ਉਹ ਢੁਕਵਾਂ ਅਤੇ ਨਾਟਕੀ ਹੋਵੇ, ਉਸ ਵਿੱਚ ਕਿਸੇ ਪ੍ਰਕਾਰ ਦਾ ਉਚੇਚਨਾ ਹੋਵੇ। ਵਾਰਤਾਲਾਪ ਨਾਲ ਨਾਵਲ ਵਿੱਚ ਇੱਕ ਸਥਾਨਕ ਰੰਗ ਲਿਆਇਆ ਜਾ ਸਕਦਾ ਹੈ। ਇੱਥੇ ਵੇਖਣ ਵਾਲੀ ਗੱਲ ਇਹ ਹੈ ਕਿ ਅਜਿਹੇ ਸਥਾਨਕ ਸ਼ਬਦਾਂ ਦੀ ਵਰਤੋਂ ਨਾ ਕੀਤੀ ਜਾਏ ਜਿਨ੍ਹਾਂ ਦੇ ਅਰਥ ਸਮਝਣ ਵਿੱਚ ਪਾਠਕ ਨੂੰ ਕਠਿਨਾਈ ਹੋਵੇ। ਇਸ ਨਾਲ ਨਾਵਲ ਵਿੱਚ ਅਰੋਚਕਤਾ ਦੀ ਮਾਤਰਾ ਵੱਧ ਜਾਂਦੀ ਹੈ। ਦੇਸ਼ ਕਾਲ ਜਾਂ ਵਾਤਾਵਰਨ। ਇਹ ਨਾਵਲ ਦਾ ਚੌਥਾ ਤੱਤ ਹੈ। ਹਰ ਇੱਕ ਨਾਵਲ ਦੀ ਕਥਾ ਵਸਤੂ ਕਿਸੇ ਖਾਸ ਕਾਲ, ਦੇਸ਼ ਜਾਂ ਵਾਤਾਵਰਨ ਵਿੱਚ ਘਟਿਤ ਹੁੰਦੀ ਹੈ। ਇਸ ਲਈ ਨਾਵਲਕਾਰ ਨੂੰ ਆਪਣੀ ਕਥਾ ਵਸਤੂ ਨੂੰ ਸੁਭਾਵਿਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਦੇਸ਼, ਕਾਲ ਅਤੇ ਵਾਤਾਵਰਨ ਤੋਂ ਚੰਗੀ ਤਰ੍ਹਾਂ ਨਾਲ ਵਾਕਫਕਾਰ ਹੋਣਾ ਚਾਹੀਦਾ ਹੈ। ਇਤਿਹਾਸਕ ਨਾਵਲਾਂ ਵਿੱਚ ਇਸ ਦਾ ਹੋਰ ਵੀ ਅਧਿਕ ਮਹੱਤਵ ਹੈ। ਨਾਵਲਕਾਰ ਦੀ ਸਫਲਤਾ ਬਹੁਤ ਕੁਝ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਉਸਨੇ ਉਸ ਦੇਸ਼ ਅਤੇ ਕਾਲ ਦਾ ਚਿਤਰਣ ਕਿਤਨਾ ਯਥਾਰਥ ਅਤੇ ਸੰਜੀਵ ਕੀਤਾ ਹੈ। ਵਾਤਾਵਰਨ ਦੇ ਚਿਤਰਣ ਵਿੱਚ ਦੋ ਪੱਖਾਂ ਦਾ ਧਿਆਨ ਰੱਖਣਾ ਪੈਂਦਾ ਹੈ। ਇਹਨਾਂ ਵਿੱਚ ਇੱਕ ਪੱਖ ਦਾ ਸੰਬੰਧ ਭੌਤਿਕ ਵਾਤਾਵਰਨ ਨਾਲ ਹੈ। ਇਸ ਵਿੱਚ ਪ੍ਰਕਿਰਤਿਕ ਪਿਛੋਕੜ ਜਾਂ ਆਲੇ ਦੁਆਲੇ ਦੀ ਪ੍ਰਕਿਰਤੀ ਨੂੰ ਰੱਖਿਆ ਜਾ ਸਕਦਾ ਹੈ। ਦੂਜਾ ਪੱਖ ਹੈ ਸਮਾਜਿਕ ਵਾਤਾਵਰਨ। ਇਸ ਵਿੱਚ ਉਸ ਵੇਲੇ ਦੀਆਂ ਰੀਤਾਂ ਰਿਵਾਜਾਂ, ਆਚਾਰ ਵਿਵਹਾਰ ਅਤੇ ਰਹਿਣ ਸਹਿਣ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਇਸ ਨਾਲ ਉਸ ਯੁੱਗ ਦੀ ਸਹੀ ਤਸਵੀਰ ਸਾਹਮਣੇ ਆ ਜਾਂਦੀ ਹੈ ਅਤੇ ਪ੍ਰਾਦੇਸ਼ਿਕ ਨਾਵਲਾਂ ਵਿੱਚ ਅੰਚਕਲਾ ਦੀ ਸਮਾਈ ਹੁੰਦੀ ਹੈ। ਵਾਤਾਵਰਨ ਦੇ ਚਿਤਰਣ ਵਿੱਚ ਭਾਵੇਂ ਨਾਵਲਕਾਰ ਨੂੰ ਸੁਤੰਤਰਤਾ ਹੁੰਦੀ ਹੈ, ਪਰ ਇਹ ਚਿਤਰਣ ਘਟਨਾ ਦੇ ਅਨੁਸਾਰ ਹੀ ਹੋਣਾ ਚਾਹੀਦਾ ਹੈ। ਪਾਤਰਾਂ ਦੇ ਭਾਵਾਂ ਨੂੰ ਠੀਕ ਢੰਗ ਨਾਲ ਅਭਿਵਿਅਕਤ ਕਰਨ ਲਈ ਪ੍ਰਾਕਿਰਤਿਕ ਵਾਤਾਵਰਨ ਦਾ ਸਿਰਜਣ ਮਨ ਦੀ ਸਥਿਤੀ ਦੇ ਅਨੁਕੂਲ ਅਤੇ ਮਨ ਦੀ ਸਥਿਤੀ ਦੇ ਵਿਰੋਧ ਵਜੋਂ ਕੀਤਾ ਜਾਂਦਾ ਹੈ। ਸ਼ੈਲੀ ਅਭਿਵਿਅਕਤੀ ਦਾ ਢੰਗ ਹੈ। ਹਰ ਨਾਵਲਕਾਰ ਦੀ ਸ਼ੈਲੀ ਆਪਣੇ ਨਿਵੇਕਲੀ ਹੁੰਦੀ ਹੈ। ਸ਼ੈਲੀ ਦਾ ਸਰਲ, ਰੋਚਕ ਅਤੇ ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਪਾਠਕ ਬਿਨਾਂ ਕਿਸੇ ਮਾਨਸਿਕ ਤਣਾਅ ਦੇ ਗੱਲ ਨੂੰ ਸਮਝ ਸਕੇ। ਜੋ ਸ਼ੈਲੀ ਵਰਣਿਤ ਵਿਸ਼ੇ ਦੇ ਅਨੁਰੂਪ ਹੁੰਦੀ ਹੈ ਉਹ ਬਹੁਤ ਸਫਲ ਰਹਿੰਦੀ ਹੈ। ਸ਼ੈਲੀ ਵਿਅਕਤੀ ਤੇ ਬਦਲਦੀ ਹੈ। ਕਈ ਲੇਖਕਾਂ ਦੀ ਸ਼ੈਲੀ ਵਿਆਖਿਆਤਮਕ ਹੁੰਦੀ ਹੈ, ਕਿਸੇ ਦੀ ਵਿਵਰਣਾਤਮਕਤਾ, ਕਿਸੇ ਦੀ ਬਿਰਤਾਂਤਿਕ। ਕੋਈ ਚਿੱਤਰਕਾਰ ਵਾਂਗ ਰੰਗਾਂ ਨਾਲ ਸਜਾ ਦਿੰਦਾ ਹੈ। ਸੰਕੇਤ, ਪ੍ਰਤੀਕ ਅਤੇ ਵਿਅੰਜਨਾਂ ਆਧਾਰਿਤ ਸ਼ੈਲੀਆਂ ਰਾਹੀਂ ਵੀ ਅੱਜ ਕੱਲ੍ਹ ਦਾ ਨਾਵਲਕਾਰ ਆਪਣੀ ਗੱਲ ਕਹਿਣ ਦਾ ਯਤਨ ਕਰਦਾ ਹੈ। ਕਈ ਨਾਵਲਕਾਰ ਔਖੇ ਜਾਂ ਪ੍ਰਾਦੇਸ਼ਿਕ ਸ਼ਬਦਾਂ ਦੀ ਵਰਤੋਂ ਕਰਦੇ ਹਨ, ਪਰ ਔਖੇ ਸ਼ਬਦਾਂ ਨਾਲ ਨਾਵਲ ਪ੍ਰਤੀ ਅਰੁਚੀ ਪੈਦਾ ਹੁੰਦੀ ਹੈ ਅਤੇ ਪ੍ਰਾਦੇਸ਼ਿਕ ਸ਼ਬਦ ਦੀ ਵਰਤੋਂ ਨਾਲ ਅਸਪਸ਼ਟਤਾ ਵੱਧਦੀ ਹੈ। ਇਸ ਲਈ ਨਾਵਲਕਾਰ ਦੀ ਸ਼ੈਲੀ ਪਾਠਕ ਵਰਗ ਦੇ ਅਨੁਸਾਰ ਸਰਲ ਅਤੇ ਭਾਵਪੂਰਨ ਹੋਣੀ ਉਚਿਤ ਹੈ। ਇਸ ਨਾਲ ਲੇਖਕ ਦੀ ਸ਼ਖਸੀਅਤ ਦਾ ਪਰਿਚੈ ਪ੍ਰਾਪਤ ਹੋ ਜਾਂਦਾ ਹੈ। ਉਦੇਸ਼। ਇਹ ਨਾਵਲ ਦਾ 6ਵਾਂ ਤੱਤ ਹੈ। ਸੰਸਾਰ ਵਿੱਚ ਮਨੁੱਖ ਵੱਲੋਂ ਕੀਤਾ ਗਿਆ ਕੋਈ ਵੀ ਕਾਰਜ ਉਦੇਸ਼ ਤੋਂ ਬਿਨਾਂ ਨਹੀਂ ਹੁੰਦਾ। ਫਿਰ ਵੀ ਸਾਹਿਤ ਸਿਰਜਣ ਵਰਗਾ ਕੰਮ ਤਾਂ ਨਿਰ-ਉਦੇਸ਼ ਹੋ ਹੀ ਨਹੀਂ ਸਕਦਾ। ਵਿਦਵਾਨਾਂ ਨੇ ਨਾਵਲ ਨੂੰ ਜੀਵਨ ਦੀ ਵਿਆਖਿਆ ਕਰਨ ਵਾਲਾ ਸਾਹਿਤ ਰੂਪ ਮੰਨਿਆ ਹੈ। ਨਾਵਲ ਵਿੱਚ ਜੀਵਨ ਦੀ ਵਿਆਖਿਆ ਲਈ ਜੀਵਨ ਦਾ ਸੱਚ ਬਣ ਕੇ ਉਘੜਦੀ ਹੈ। ਅਸਲ ਵਿੱਚ ਨਾਵਲ ਵਿੱਚ ਨਾਵਾਂ ਅਤੇ ਤਿਥੀਆਂ ਤੋਂ ਛੁੱਟ ਸਭ ਕੁਝ ਸੱਚ ਹੁੰਦਾ ਹੈ ਅਤੇ ਇਤਿਹਾਸ ਵਿੱਚ ਨਾਵਾਂ ਅਤੇ ਤਰੀਖਾਂ ਤੋਂ ਬਿਨਾਂ ਹੋਰ ਕੁਝ ਵੀ ਸੱਚ ਨਹੀਂ ਹੁੰਦਾ। ਸਪਸ਼ਟ ਹੈ ਕਿ ਨਾਵਲ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਜੀਵਨ ਦੀ ਵਿਆਖਿਆ ਰਹਿੰਦੀ ਹੈ।
ਨਾਵਲ ਵਿੱਚ ਜੋ ਕਥਾ ਵਸਤੂ ਲਈ ਜਾਂਦੀ ਆ ਉਸ ਵਿੱਚ ਲੇਖਕ ਦੀ ਕੋਈ ਨਾ ਕੋਈ ਜੀਵਨ ਦ੍ਰਿਸ਼ਟੀ ਲੁਪਤ ਹੁੰਦੀ ਹੈ। ਜ਼ਰੂਰੀ ਨਹੀਂ ਕਿ ਨਾਵਲਕਾਰ ਖੁਦ ਆਪਣੀ ਜੀਵਨ ਦ੍ਰਿਸ਼ਟੀ ਨੂੰ ਸਪਸ਼ਟ ਕਰੇ, ਪਰ ਜਿਨ੍ਹਾਂ ਪਰਿਸਥਿਤੀਆਂ ਦਾ ਉਹ ਸਿਰਜਣ ਕਰਦਾ ਹੈ ਅਤੇ ਜਿਨ੍ਹਾਂ ਪਾਤਰਾਂ ਨੂੰ ਉਹ ਕਲਪਨਾ ਦੇ ਆਧਾਰ 'ਤੇ ਜਨਮ ਦਿੰਦਾ ਹੈ, ਉਹਨਾਂ ਵਿੱਚ ਉਹ ਆਪਣੀ ਜੀਵਨ ਦ੍ਰਿਸ਼ਟੀ ਨੂੰ ਸਮੋਈ ਰੱਖਦਾ ਹੈ। ਉਹ ਨਾਵਲ ਕਲਾ ਦੀ ਦ੍ਰਿਸ਼ਟੀ ਤੋਂ ਕਾਮਯਾਬ ਸਮਝਿਆ ਜਾਂਦਾ ਹੈ, ਜਿਸ ਵਿੱਚ ਨਾਵਲਕਾਰ ਆਪਣੇ ਪਾਠਕਾਂ ਉੱਤੇ ਇਹ ਪ੍ਰਭਾਵ ਪਾ ਸਕੇ ਕਿ ਉਸ ਦੀ ਰਚਨਾ ਵਿੱਚ ਜੋ ਜੀਵਨ ਦਾ ਸੰਦੇਸ਼ ਦਿੱਤਾ ਗਿਆ ਉਹ ਲੇਖਕ ਦਾ ਨਿੱਜ ਹੰਢਾਇਆ ਜੀਵਨ ਸੱਚ ਹੈ। ਨਾਵਲਕਾਰ ਆਪਣੇ ਉਦੇਸ਼ ਨੂੰ ਨਾਵਲ ਵਿੱਚ ਪ੍ਰਗਟਾਉਣ ਲਈ ਆਮ ਤੌਰ 'ਤੇ ਦੋ ਵਿਧੀਆਂ ਵਰਤਦਾ ਹੈ। ਇੱਕ ਹੈ ਵਿਸ਼ਲੇਸ਼ਣਾਤਮਕ ਵਿਧੀ। ਇਸ ਵਿਧੀ ਰਾਹੀਂ ਉਹ ਖੁਦ ਜੀਵਨ ਸੱਚ ਦਾ ਵਿਸ਼ਲੇਸ਼ਣ ਕਰਕੇ ਪਾਠਕਾਂ ਸਾਹਮਣੇ ਆਪਣੇ ਸਿੱਟੇ ਪੇਸ਼ ਕਰਦਾ ਹੈ। ਦੂਜੀ ਹੈ ਪਰੋਖ ਵਿਧੀ। ਇਸ ਵਿਧੀ ਰਾਹੀਂ ਉਹ ਆਪਣਾ ਜੀਵਨ ਦਰਸ਼ਨ ਪਾਤਰਾਂ ਦੇ ਸੰਵਾਦਾਂ, ਉਹਨਾਂ ਦੀਆਂ ਕਿਰਿਆਵਾਂ ਅਤੇ ਉਹਨਾਂ ਦੀਆਂ ਮਾਨਸਿਕ ਸਥਿਤੀਆਂ ਰਾਹੀਂ ਪ੍ਰਗਟ ਕਰਦਾ ਹੈ। ਇਹਨਾਂ ਦੋਹਾਂ ਵਿੱਚੋਂ ਉਦੇਸ਼ ਪ੍ਰਗਟ ਕਰਨ ਲਈ ਉਚਿਤ ਵਿਧੀ ਦੂਜੀ ਹੈ, ਕਿਉਂਕਿ ਇਸ ਵਿੱਚ ਲੇਖਕ ਉਪਦੇਸ਼ਕ ਦੀ ਭੂਮਿਕਾ ਨਿਭਾਉਣੋਂ ਬਚ ਜਾਂਦਾ ਹੈ। ਵਰਗੀਕਰਨ। ਵਿਦਵਾਨਾਂ ਨੇ ਨਾਵਲ ਦਾ ਕਈ ਦ੍ਰਿਸ਼ਟੀਆਂ ਤੋਂ ਵਰਗੀਕਰਨ ਕੀਤਾ ਹੈ, ਜਿਵੇਂ ਤੱਤਾਂ ਦੇ ਆਧਾਰ 'ਤੇ, ਦੂਸਰਾ ਵਿਸ਼ੇ ਦੇ ਆਧਾਰ 'ਤੇ, ਤੀਸਰਾ ਸ਼ੈਲੀ ਦੇ ਆਧਾਰ 'ਤੇ। ਪਹਿਲਾ ਹੈ ਤੱਤਾਂ ਦੇ ਆਧਾਰ 'ਤੇ। ਇਹਨਾਂ ਵਿੱਚੋਂ ਪਹਿਲਾ ਵਰਗੀਕਰਨ ਤੱਤਾਂ ਦੇ ਆਧਾਰ 'ਤੇ ਉੱਤੇ ਕੀਤਾ ਜਾਂਦਾ ਹੈ। ਇਸ ਵਿੱਚ ਨਾਵਲਾਂ ਦੇ ਦੋ ਪ੍ਰਮੁੱਖ ਵਰਗ ਮੰਨੇ ਗਏ ਹਨ। ਇੱਕ ਘਟਨਾ ਪ੍ਰਧਾਨ ਨਾਵਲ ਉਹ ਹਨ ਜਿਨ੍ਹਾਂ ਵਿੱਚ ਘਟਨਾਵਾਂ ਦੀ ਪ੍ਰਧਾਨਤਾ ਹੁੰਦੀ ਹੈ। ਪਾਠਕਾਂ ਦੀ ਉਤਸੁਕਤਾ ਦੀ ਬਿਰਤੀ ਨੂੰ ਸੰਤੋਸ਼ ਮਿਲਦਾ ਹੈ, ਉਹ ਅੱਗੋਂ ਕੀ ਹੋਵੇਗਾ ਇਹ ਸੋਚੀ ਜਾਂਦੇ ਹਨ। ਇਹਨਾਂ ਵਿੱਚ ਬਿਰਤਾਂਤ ਦੀ ਮਾਤਰਾ ਅਧਿਕ ਹੁੰਦੀ ਹੈ, ਪਰ ਇਹਨਾਂ ਵਿੱਚ ਸਾਹਿਤਕਤਾ ਦਾ ਅੰਸ਼ ਘੱਟ ਜਾਂਦਾ ਹੈ। ਇਹਨਾਂ ਦੇ ਵਿਦਵਾਨਾਂ ਨੇ ਅੱਗੋਂ ਕਈ ਉਪਵਰਗ ਬਣਾਏ ਹਨ, ਜਿਵੇਂ ਜਾਸੂਸੀ, ਤਿਲਸਮੀ, ਸਾਹਸੀ ਜਾਂ ਭੂਤਾਂ ਪ੍ਰੇਤਾਂ ਦੀਆਂ ਕਥਾਵਾਂ ਨਾਲ ਸੰਬੰਧਿਤ ਨਾਵਲ। ਨੰਬਰ 2, ਚਰਿੱਤਰ ਪ੍ਰਧਾਨ ਨਾਵਲ ਉਹ ਹਨ ਜਿਨ੍ਹਾਂ ਵਿੱਚ ਪਾਠਕ ਲਈ ਖਿੱਚ ਘਟਨਾਵਾਂ ਵਿੱਚ ਨਹੀਂ, ਪਾਤਰਾਂ ਪ੍ਰਤੀ ਹੈ। ਪਾਤਰਾਂ ਦੇ ਭਾਵਾਂ, ਵਿਚਾਰਾਂ, ਉਹਨਾਂ ਦੇ ਗੁਣਾਂ, ਦੋਸ਼ਾਂ, ਵਿਵਹਾਰਾਂ ਅਤੇ ਉਹਨਾਂ ਦੁਆਰਾ ਅਪਣਾਏ ਰਹਿਣ ਢੰਗਾਂ ਰਾਹੀਂ ਉਹਨਾਂ ਦਾ ਸਰੂਪ ਸਪਸ਼ਟ ਕੀਤਾ ਜਾਂਦਾ ਹੈ। ਅਜਿਹੇ ਨਾਵਲ ਦਾ ਵਿਸ਼ੇ ਖੇਤਰ ਬਹੁਤ ਵਿਸ਼ਾਲ ਹੈ, ਕਿਉਂਕਿ ਮਨੁੱਖ ਦੇ ਅੰਤਰ ਮਨ, ਬਾਹਰਲੇ ਸੰਬੰਧ ਅਤੇ ਸਮਾਜ ਵਿੱਚ ਨਿੱਤ ਘਟਿਤ ਹੋਣ ਵਾਲੀਆਂ ਘਟਨਾਵਾਂ ਪ੍ਰਤੀ ਉਹਨਾਂ ਦੇ ਪ੍ਰਤੀਕਰਮ ਆਦਿ ਅਨੇਕ ਵਿਸ਼ੇ ਪੈਰ ਪੈਰ ਉੱਤੇ ਮਿਲਦੇ ਹਨ ਅਤੇ ਉਹਨਾਂ ਨਾਲ ਜੀਵਨ ਦੇ ਅਨੇਕ ਪੱਖ ਉਲਝਦੇ ਹਨ। ਉਹਨਾਂ ਉਲਝਣਾਂ ਨੂੰ ਸਪਸ਼ਟ ਕਰਨ, ਉਹਨਾਂ ਵਿੱਚੋਂ ਆਪਣਾ ਰਾਹ ਲੱਭਣ ਅਤੇ ਜੀਵਨ ਦੀਆਂ ਸਮੱਸਿਆਵਾਂ ਨੂੰ ਸਹੀ ਢੰਗ ਨਾਲ ਨਜਿੱਠਣ ਲਈ ਚਰਿੱਤਰ ਪ੍ਰਧਾਨ ਨਾਵਲ ਪਾਠਕ ਨੂੰ ਵਿਸ਼ੇਸ਼ ਤੌਰ 'ਤੇ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਵਿਸ਼ੇ ਖੇਤਰ ਦੀ ਵਿਸ਼ਾਲਤਾ ਕਰਕੇ ਇਸ ਪ੍ਰਕਾਰ ਦੇ ਨਾਵਲ ਦੇ ਵੀ ਅੱਗੋਂ ਕਈ ਉਪਵਰਗ ਹਨ, ਜਿਵੇਂ ਸਮਾਜਿਕ ਨਾਵਲ ਅਤੇ ਮਨੋਵਿਗਿਆਨਿਕ ਨਾਵਲ। ਸਮਾਜਿਕ ਨਾਵਲ ਵਿੱਚ ਪਰਿਵਾਰ ਤੋਂ ਲੈ ਕੇ ਸਮੁੱਚੀ ਮਾਨਵਤਾ ਨੂੰ ਸਮੇਟਿਆ ਜਾ ਸਕਦਾ ਹੈ। ਮਨੁੱਖ ਨਾਲ ਸੰਬੰਧਿਤ ਆਰਥਿਕ, ਰਾਜਨੀਤਿਕ, ਧਾਰਮਿਕ ਆਦਿ ਸਮੱਸਿਆਵਾਂ ਬਾਰੇ ਲਿਖੇ ਨਾਵਲ ਇਸ ਵਰਗ ਵਿੱਚ ਆਉਂਦੇ ਹਨ। ਮਨੋਵਿਗਿਆਨਿਕ ਨਾਵਲਾਂ ਵਿੱਚ ਪਾਤਰਾਂ ਦਾ ਚਰਿੱਤਰ ਚਿਤਰਣ ਬੜੀ ਸੂਖਮਤਾ ਨਾਲ ਮਨੋਵਿਸ਼ਲੇਸ਼ਣ ਰਾਹੀਂ ਕੀਤਾ ਜਾਂਦਾ ਹੈ। ਅਜਿਹੇ ਨਾਵਲਾਂ ਵਿੱਚ ਪ੍ਰੇਮ ਅਤੇ ਉਸ ਤੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦਾ ਹੀ ਅਧਿਕਤਰ ਚਿਤਰਣ ਹੁੰਦਾ ਹੈ। ਵਿਸ਼ੇ ਦੇ ਆਧਾਰ 'ਤੇ। ਵਿਸ਼ੇ ਦੀ ਦ੍ਰਿਸ਼ਟੀ ਤੋਂ ਨਾਵਲ ਦੇ ਕਈ ਭੇਦ ਕੀਤੇ ਜਾ ਸਕਦੇ ਹਨ, ਜਿਵੇਂ ਊੜਾ ਭਾਗ। ਜਿਨ੍ਹਾਂ ਨਾਵਲਾਂ ਦੇ ਕਥਾ ਸਰੋਤ ਸਮਾਜ ਵਿੱਚ ਹੁੰਦੇ ਹਨ, ਉਹਨਾਂ ਨੂੰ ਸਮਾਜਿਕ ਨਾਵਲ ਕਿਹਾ ਜਾਂਦਾ ਹੈ। ਐੜਾ ਭਾਗ। ਜਿਨ੍ਹਾਂ ਨਾਵਲਾਂ ਵਿੱਚ ਰਾਜਨੀਤਿਕ ਨਾਲ ਸੰਬੰਧਿਤ ਕਿਸੇ ਵਿਸ਼ੇ ਦਾ ਪ੍ਰਗਟਾਵਾ ਹੁੰਦਾ ਹੈ, ਉਹਨਾਂ ਨੂੰ ਰਾਜਨੀਤਿਕ ਨਾਵਲ ਕਿਹਾ ਜਾਂਦਾ ਹੈ। ਈੜੀ ਭਾਗ। ਜਿਨ੍ਹਾਂ ਨਾਵਲਾਂ ਵਿੱਚ ਕਥਾ ਦਾ ਸਰੋਤ ਕਿਸੇ ਧਰਮ ਨਾਲ ਸੰਬੰਧਿਤ ਹੈ ਜਾਂ ਉਸ ਵਿੱਚ ਕਿਸੇ ਧਰਮ ਦੇ ਪ੍ਰਚਾਰ ਲਈ ਕੋਈ ਕਥਾ ਕਲਪਿਤ ਕੀਤੀ ਗਈ ਹੈ, ਉਹ ਧਾਰਮਿਕ ਨਾਵਲ ਹਨ। ਸੱਸਾ। ਜਿਨ੍ਹਾਂ ਨਾਵਲਾਂ ਵਿੱਚ ਕਿਸੇ ਮਿੱਥ ਦੇ ਆਧਾਰ 'ਤੇ ਕਥਾ ਵਸਤੂ ਦੀ ਸਿਰਜਣਾ ਕੀਤੀ ਗਈ ਹੋਵੇ, ਉਹ ਮਿੱਥਕ ਜਾਂ ਪੁਰਾਣਿਕ ਨਾਵਲ ਹਨ। ਹਾਹਾ ਭਾਗ। ਜਿਨ੍ਹਾਂ ਨਾਵਲਾਂ ਵਿੱਚ ਇਤਿਹਾਸ ਦੀ ਕਿਸੇ ਪ੍ਰਸਿੱਧ ਘਟਨਾ ਜਾਂ ਚਰਿੱਤਰ ਨੂੰ ਆਧਾਰ ਬਣਾਇਆ ਗਿਆ ਹੋਵੇ, ਉਹ ਇਤਿਹਾਸਕ ਨਾਵਲ ਹਨ। ਕੱਕਾ ਭਾਗ। ਵਿਗਿਆਨ ਨਾਲ ਸੰਬੰਧਿਤ ਵਿਸ਼ਿਆਂ ਬਾਰੇ ਲਿਖੇ ਗਏ ਨਾਵਲ ਨੂੰ ਵਿਗਿਆਨਿਕ ਨਾਵਲ ਕਿਹਾ ਜਾਂਦਾ ਹੈ।
ਤੀਸਰਾ ਪੁਆਇੰਟ ਹੈ ਸ਼ੈਲੀ ਦੇ ਆਧਾਰ 'ਤੇ। ਸ਼ੈਲੀ ਦੀ ਦ੍ਰਿਸ਼ਟੀ ਤੋਂ ਨਾਵਲ 3 ਕਿਸਮ ਦੇ ਮੰਨੇ ਜਾਂਦੇ ਹਨ, ਜਿਵੇਂ ਇਤਿਹਾਸਕ ਜਾਂ ਕਥਾਤਮਕ ਸ਼ੈਲੀ ਵਿੱਚ ਲਿਖੀ ਨਾਵਲਾਂ ਦੀ ਇਹ ਉਹ ਕਿਸਮ ਹੈ ਜਿਸ ਵਿੱਚ ਲੇਖਕ ਸਾਰੀ ਕਥਾ ਵਸਤੂ ਨੂੰ ਬੀਤ ਚੁੱਕੇ ਯੁੱਗ ਦੀ ਦਾਸਤਾਨ ਦੇ ਰੂਪ ਵਿੱਚ ਚਿਤਰਿਤ ਕਰਦਾ ਹੈ। ਇਸ ਦਾ ਵਿਕਾਸ ਚੂੰਕਿ ਕਥਾ ਵਾਂਗ ਹੁੰਦਾ ਹੈ, ਇਸ ਲਈ ਇਸ ਨੂੰ ਕਥਾਤਮਕ ਸ਼ੈਲੀ ਵਾਲੇ ਨਾਵਲ ਵਿੱਚ ਵੀ ਕਿਹਾ ਜਾਂਦਾ ਹੈ। ਅਧਿਕਤਰ ਨਾਵਲ ਇਸੇ ਸ਼ੈਲੀ ਵਿੱਚ ਲਿਖੇ ਜਾਂਦੇ ਹਨ। ਆਤਮ ਕਥਾਤਮਕ ਸ਼ੈਲੀ ਵਾਲੇ ਉਹ ਨਾਵਲ ਹੁੰਦੇ ਹਨ ਜਿਨ੍ਹਾਂ ਵਿੱਚ ਲੇਖਕ ਸਾਰੀ ਕਥਾ ਆਪਣੀ ਹੱਡਬੀਤੀ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਇਸ ਸ਼ੈਲੀ ਵਿੱਚ ਲਿਖੇ ਨਾਵਲ ਆਤਮ ਕਥਾ ਜਾਂ ਸਵੈ ਜੀਵਨੀ ਦੇ ਬਹੁਤ ਨੇੜੇ ਹੁੰਦੇ ਹਨ। ਡਾਇਰੀ ਅਤੇ ਪੱਤਰ ਸ਼ੈਲੀ ਵਿੱਚ ਲਿਖੇ ਨਾਵਲ ਵਿੱਚ ਲੇਖਕ ਕਿਸੇ ਇੱਕ ਪ੍ਰਮੁੱਖ ਪਾਤਰ ਜਾਂ ਨਾਇਕ ਦੀ ਡਾਇਰੀ ਨੂੰ ਆਧਾਰ ਬਣਾਉਂਦਾ ਹੈ ਅਤੇ ਪੱਤਰਾਂ ਲਈ ਕਈ ਪਾਤਰਾਂ ਨੂੰ ਸ਼ਾਮਲ ਕਰਦਾ ਹੈ। ਕਈ ਪ੍ਰਕਾਰ ਦੇ ਦਸਤਾਵੇਜ਼ ਵੀ ਇਸ ਵਿੱਚ ਵਰਤੇ ਜਾਂਦੇ ਹਨ। ਇਹਨਾਂ ਤਿੰਨਾਂ ਸ਼ੈਲੀਆਂ ਵਿੱਚੋਂ ਆਮ ਤੌਰ 'ਤੇ ਲੇਖਕ ਇਤਿਹਾਸਕ ਸ਼ੈਲੀ ਨੂੰ ਅਪਣਾਉਂਦੇ ਹਨ।